ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਦੋਸਤੋ, ਸਭ ਨਾਲੋਂ ਬਹੁਤਾ ਜਿਹੜਾ ਸਾਨੂੰ ਇੰਤਜ਼ਾਰ ਇਹਨਾਂ ਦਿਨਾਂ ਦੇ ਵਿੱਚ ਹੈਗਾ ਹੈ, ਉਹ ਖਬਰ ਕਿ ਯਾਰ ਇਹ ਗਰਮੀ ਤੋਂ ਜਾਨ ਕਿਵੇਂ ਛੁੱਟੇਗੀ। ਸਾਰੇ ਹਾਲਾਤੇ ਹਾਜ਼ਰਾਤ, ਸਾਰੇ ਸਕੈਂਡਲ, ਸਾਰੀਆਂ ਗੱਲਾਂ ਇੱਕ ਪਾਸੇ, ਅਤੇ ਲੋਕ ਤੰਗ ਇਹ ਨੇ ਕਿ ਟੈਂਪਰੇਚਰ ਜਿਹੜਾ ਹੈ ਉਹ 45, 46, 47 ਤੋਂ ਥੱਲੇ ਹੀ ਨਹੀਂ ਜਾ ਰਿਹਾ। ਅਤੇ ਇਹਦੀ ਵਜ੍ਹਾ ਨਾਲ ਨਾ ਸਾਹ ਲੈਣਾ ਸੌਖਾ ਹੋਇਆ ਪਿਆ, ਨਾ ਜਨਾਬ ਬਾਹਰ ਤੁਸੀਂ ਨਿਕਲ ਸਕਦੇ ਜੇ, ਨਾ ਕੰਮ ਦੇ ਉੱਤੇ ਦਿਲ ਲੱਗਦਾ, ਨਾ ਘਰ ਦੇ ਵਿੱਚ ਦਿਲ ਲੱਗਦਾ। ਅਤੇ ਇੱਕ ਅਜੀਬ ਜਿਹੀ ਬੇਜ਼ਾਰੀ ਔਰ ਬੇਆਰਾਮੀ ਦੀ ਕੈਫੀਅਤ ਹੈ। ਔਰ ਇਹ ਜੇ AC ਲਾਈਏ ਅਤੇ ਬੱਤੀ ਦੇ ਬਿੱਲ ਦਾ, ਜੇ ਕੂਲਰ ਲਾਓ ਅਤੇ ਹਬਸ, ਅਤੇ ਪੱਖੇ ਦੇ ਥੱਲੇ ਤਾਂ ਪਿੰਡਾ ਹੀ ਨਹੀਂ ਸੁੱਕਦਾ। ਅਤੇ ਇਹ ਵਾਲੀ ਸੂਰਤ ਹਾਲ ਜਿਹੜੀ ਸਾਨੂੰ ਮਜਬੂਰ ਕਰਨ ਡਈ ਕਿ ਅਸੀਂ ਜਾਣੀਏ ਕਿ ਜਨਾਬ ਇਹ ਕਦੋਂ ਤੱਕ ਰਹਿਣੀ ਹੈ ਜੀ ਗਰਮੀ। ਅਤੇ ਉਹ ਜਿਹੜੇ ਮੈਂ ਪਿਛਲੇ ਕੁਝ ਵੀਲੋਗਸ ਦੇ ਵਿੱਚ ਪੇਸ਼ਨਗੋਈਆਂ ਕੀਤੀਆਂ ਮਾਹਿਰੀਨ ਦੀਆਂ ਔਰ ਤੁਹਾਡੇ ਨਾਲ ਸ਼ੇਅਰ ਕੀਤੀਆਂ, ਉਹਨਾਂ ਨੂੰ ਵੀ ਚੈੱਕ ਕਰਨ ਦਾ ਟਾਈਮ ਆ ਗਿਆ। ਅਤੇ ਹੁਣ ਉਹ ਬਿਲਕੁਲ ਉਹਨਾਂ ਪੇਸ਼ਨਗੋਈਆਂ ਦੇ ਮੁਤਾਬਕ ਜਿਹੜਾ ਸਿਸਟਮ ਹੈਗਾ ਵੇ ਬੱਦਲਾਂ ਦਾ, ਉਹ ਪਾਕਿਸਤਾਨ ਦੇ ਵਿੱਚ ਦਾਖਲ ਹੋ ਚੁੱਕਿਆ। ਕਈ ਜਗ੍ਹਾ ਦੇ ਉੱਤੇ ਤਾਂ ਬਾਰਿਸ਼ਾਂ ਹੋ ਗਈਆਂ ਸ਼ੁਰੂ, ਅਤੇ ਕਈ ਜਗ੍ਹਾ ਐਸੀਆਂ ਨੇ ਜਿੱਥੇ ਬਾਰਿਸ਼ਾਂ ਅਗਲੇ ਚੰਦ ਘੰਟਿਆਂ ਦੇ ਵਿੱਚ ਜਾਂ ਇੱਕ ਅੱਧੇ ਦਿਨ ਦੇ ਵਿੱਚ ਸ਼ੁਰੂ ਹੋ ਜਾਣਗੀਆਂ। ਲੇਕਿਨ ਮਾਹਿਰੀਨ ਕਹਿ ਕੀ ਰਹੇ ਨੇ? ਮਾਹਿਰੀਨ ਦਾ ਇਹ ਕਹਿਣਾ ਹੈ ਕਿ ਇਸ ਦਫਾ ਜਿੰਨੀਆਂ ਬਾਰਿਸ਼ਾਂ ਰੂਟੀਨ 'ਚ ਹੁੰਦੀਆਂ ਸੀ ਨਾ, ਉਹਦੇ ਨਾਲ 35% ਜ਼ਿਆਦਾ ਬਾਰਿਸ਼ਾਂ ਹੋਣੀਆਂ ਨੇ। ਔਰ ਇਹ ਕਿਉਂ ਹੋਣੀਆਂ ਨੇ? ਇਸ ਵਾਸਤੇ ਕਿ ਮੌਸਮੀ ਤਗੱਯਰ ਜਿਹੜਾ ਹੈ ਉਹ ਪੈਦਾ ਹੋ ਰਿਹਾ, ਔਰ ਅਸੀਂ ਉਹਨੂੰ ਅਸੈਸ ਨਹੀਂ ਕਰ ਪਾ ਰਹੇ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਬਦਲ ਰਹੀਆਂ ਨੇ ਔਰ ਅਸੀਂ ਉਹਨੂੰ ਕਿਵੇਂ ਇੰਤਜ਼ਾਮਾਤ ਕਰਨੇ ਨੇ। ਅਤੇ ਸਭ ਤੋਂ ਪਹਿਲੇ ਅਸੀਂ ਇਹ ਵੇਖ ਲੈਂਦੇ ਕਿ ਜਿਹੜੀ ਬਾਰਿਸ਼ ਅੱਜ ਦੇ ਦਿਨ ਹੋਈਆਂ ਨੇ ਉਹ ਕਿੱਥੇ ਕਿੱਥੇ ਹੋਈਆਂ। ਅਤੇ ਜਨਾਬ ਇਹ ਉਕਾੜਾ ਤੋਂ ਭਾਵਲ ਨਗਰ ਅਤੇ ਉਕਾੜਾ ਤੋਂ ਸਰਗੋਦਾ, ਇਹ ਮਾਹਿਰੀਨ ਇਹ ਕਹਿ ਰਹੇ ਨੇ ਕਿ ਇਹ ਇੱਕ ਬੜਾ ਸਟਰੋਂਗ ਕਿਸਮ ਦਾ ਸਿਸਟਮ ਬੱਦਲਾਂ ਦਾ ਜਿਹੜਾ ਹੈ ਉਹ ਇਹਨਾਂ ਇਲਾਕਿਆਂ 'ਚ ਫੈਲ ਚੁੱਕਿਆ, ਅਤੇ ਉਹ ਕਿਸੇ ਵੀ ਵਕਤ ਸ਼ਦੀਦ ਬਾਰਿਸ਼ ਦੀ ਸ਼ਕਲ ਦੇ ਵਿੱਚ ਸਾਡੇ ਸਾਹਮਣੇ ਆਵੇਗਾ। ਯਾਨੀ ਇਹਨਾਂ ਇਲਾਕਿਆਂ 'ਚ ਜਿਹੜਾ ਜ਼ਿਆਦਾ ਟੈਂਪਰੇਚਰ ਹੈਗਾ ਸੀ, ਇਹ ਵਸਤੀ ਪੰਜਾਬ ਦੇ ਇਲਾਕੇ ਔਰ ਕੁਝ ਇਹਦੇ 'ਚ ਸ਼ਾਮਲ ਹੋ ਜਾਂਦੇ ਨੇ, ਜਨੂਬੀ ਪੰਜਾਬ ਦੀ ਪੱਟੀ ਸ਼ੁਰੂ ਹੋ ਜਾਂਦੀ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਤੁਸੀਂ ਸਮਝ ਲਓ ਕਿ ਉਹ ਗਰਮੀ ਦਾ ਜ਼ੋਰ ਟੁੱਟਣ ਵਾਲਾ ਹੈ। ਫਿਰ ਲਾਹੌਰ ਦੀ ਸਾਨੂੰ ਬੜਾ ਹੈਗਾ ਵੀ ਕਿ ਇੱਥੇ ਕੋਈ 1.25 ਕਰੋੜ ਆਬਾਦੀ ਹੈ ਸ਼ਹਿਰ ਦੀ। ਫਿਰ ਇਰਦ ਗਿਰਦ ਜਿਹੜੇ ਸ਼ਹਿਰ ਨੇ, ਸ਼ੇਖੂਪੁਰਾ ਨਾਲ ਲੱਗ ਜਾਂਦਾ ਹੈ, ਉਕਾੜਾ ਨਾਲ ਲੱਗ ਜਾਂਦਾ, ਕਸੂਰ ਬਿਲਕੁਲ ਨਾਲ ਲੱਗ ਜਾਂਦਾ ਹੈ, ਉਧਰੋਂ ਨਾਰੋਵਾਲ ਦੂਸਰੇ ਪਾਸੇ ਨਾਲ ਹੈ ਲਾਹੌਰ ਦੇ। ਅਤੇ ਇਹਨਾਂ ਸ਼ਹਿਰਾਂ ਦੇ ਵਿੱਚ ਔਰ ਲਾਹੌਰ ਸ਼ਹਿਰ ਦੇ ਵਿੱਚ ਕੀ ਸੂਰਤ ਹਾਲ ਰਹਿੰਦੀ। ਅਤੇ ਉੱਥੇ ਵੀ ਮਾਹਿਰੀਨ ਦਾ ਇਹ ਕਹਿਣਾ ਕਿ ਲਾਹੌਰ ਦੇ ਪਾਸੇ ਜਿਹੜੇ ਝੱਖੜ ਅਤੇ ਹਨੇਰੀ ਇਹ ਤੇਜ਼ ਹੋ ਸਕਦੀ, ਲੇਕਿਨ ਬਾਰਿਸ਼ਾਂ ਦਾ ਕੋਈ ਬਹੁਤ ਸਟਰੋਂਗ ਸਿਸਟਮ ਹਾਲੇ ਨਹੀਂ। ਹੋ ਸਕਦਾ ਕੁਝ ਦਿਨਾਂ ਤੱਕ ਇਹ ਲਾਹੌਰ ਦੇ ਇਰਦ ਗਿਰਦ ਆ ਜਾਵੇ, ਲੇਕਿਨ ਲਾਹੌਰ ਦਾ ਜਿਹੜਾ ਏਰੀਆ ਇੱਥੇ ਟੈਂਪਰੇਚਰ ਡਿੱਗੇ ਗਿਆ। ਇਰਦ ਗਿਰਦ ਦੇ ਏਰੀਏ ਦੇ ਵਿੱਚ ਜਿਹੜੀ ਬਾਰਿਸ਼ ਹੋਵੇਗੀ, ਉੱਥੇ ਟੈਂਪਰੇਚਰ ਡਿੱਗਣ ਦੇ ਨਾਲ ਉਹ ਜਿਹੜੀਆਂ ਠੰਡੀਆਂ ਹਵਾਵਾਂ ਆਉਣਗੀਆਂ ਅਤੇ ਹਨੇਰੀ ਔਰ ਝੱਖੜ ਜਿਹੜੇ ਚੱਲਣਗੇ, ਉਹਦੇ ਨਾਲ ਲਾਹੌਰ ਦਾ ਟੈਂਪਰੇਚਰ ਔਰ ਲਾਹੌਰ ਦੇ ਨਵਾਹੀ ਇਲਾਕਿਆਂ ਦਾ ਟੈਂਪਰੇਚਰ ਉਹ ਥੱਲੇ ਜਾਏਗਾ। ਅਤੇ ਇੱਕ ਮਾਹਿਰੀਨ ਦਾ ਇਹ ਖਿਆਲ ਹੈ ਕਿ ਝੰਗ ਦੇ ਵਿੱਚ ਐਸੇ ਸ਼ਦੀਦ ਕਿਸਮ ਦੇ ਬੱਦਲ ਬਣੇ ਨੇ, ਯਾਨੀ ਉੱਪਰ ਹਵਾ ਦੇ ਵਿੱਚ, ਜਿੱਥੇ -67 ਟੈਂਪਰੇਚਰ ਦੇ ਉੱਤੇ ਉਹ ਪਾਣੀ ਹੈਗਾ ਵੇ, ਯਾਨੀ ਬਰਫ਼ ਤੋਂ ਵੀ ਉਹ ਬਣਨ 'ਤੇ ਵੀ ਟੈਂਪਰੇਚਰ ਤੋਂ ਬਹੁਤ ਥੱਲੇ। ਅਤੇ ਉਹਨਾਂ ਕਿ ਉਹ ਜ਼ਾਲਾਬਾਰੀ ਦਾ ਬੜਾ ਆਈਡੀਅਲ ਇੱਕ ਸਿਸਟਮ ਉੱਥੇ ਬਣ ਗਿਆ। ਅਤੇ ਝੰਗ ਔਰ ਉਹਦੇ ਇਰਦ ਗਿਰਦ ਜਿਹੜੀ ਉਹ ਜਿਹੜੇ ਨੇ ਗੜੇ ਜਾਂ ਜ਼ਾਲਾਬਾਰੀ ਜਿਹੜੀ ਉਹ ਹੋਵੇਗੀ। ਅਤੇ ਇੱਕ ਮਾਹਿਰੀਨ ਦਾ ਇਹ ਵੀ ਕਹਿਣਾ ਹੈ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਕਿ ਜੂਨ ਤੋਂ ਸਤੰਬਰ ਤੱਕ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਬਾਰਿਸ਼ਾਂ ਨੇ ਇਹ ਹੋਣਗੀਆਂ। ਅਤੇ ਇਹਨਾਂ ਬਾਰਿਸ਼ਾਂ ਦੇ ਵਿੱਚ ਜਨਾਬ ਬੜੀ ਭਾਰੀ ਤਾਦਾਦ ਨਾਲ ਇੱਕ ਤਾਂ ਮੀਂਹ ਵਸੇਗਾ, ਫਿਰ ਸ਼ਦੀਦ ਜਿਹੜੀ ਜ਼ਾਲਾਬਾਰੀ ਵੀ ਹੈ। ਔਰ ਅਸੀਂ ਇੱਕ ਪੇਸ਼ਨਗੋਈ ਵੀ ਕਰਦੇ ਆਏ, ਇਤਲਾਹ ਵੀ ਕਰਦੇ ਆਏ ਕਿ ਉਹ ਜਨਾਬ ਜਿਹੜਾ ਸਿਸਟਮ ਹੈਗਾ ਸਾਡਾ ਆਲਰੇਡੀ ਇੱਥੇ ਕੰਮ ਕਰ ਰਿਹਾ, ਉਸ ਸਿਸਟਮ ਦੇ ਤਹਿਤ ਕਈ ਦਫਾ ਇਸ ਤਰ੍ਹਾਂ ਹੋਇਆ ਕਿ ਬਿਜਲੀ ਬੜੀ ਡਿੱਗੀ ਕਈ ਜਗ੍ਹਾ ਦੇ ਉੱਤੇ, ਔਰ ਉਹਦੇ ਪਿਛਲੇ ਕੋਈ 1 ਮਹੀਨੇ ਦੇ ਵਿੱਚ 20 ਤੋਂ ਜ਼ਿਆਦਾ ਅਮਵਾਤ ਹੋ ਚੁੱਕੀਆਂ ਨੇ ਬੰਦਿਆਂ ਦੀਆਂ ਬਿਜਲੀ ਡਿੱਗਣ ਦੀਆਂ। ਅਤੇ ਇਹ ਵੀ ਮੌਸਮੀ ਤਗੱਯਰ ਦੀ ਵਜ੍ਹਾ ਨਾਲ ਹੋਇਆ ਵੇ। ਮੌਸਮ ਦੇ ਵਿੱਚ ਐਸੀਆਂ ਤਬਦੀਲੀਆਂ ਪੈਦਾ ਹੋ ਗਈਆਂ ਕਿ ਬਿਜਲੀ ਡਿੱਗਣ ਦੇ ਵਾਕਿਆਤ ਵੱਧ ਗਏ ਨੇ ਔਰ ਮੌਸਮ ਦੇ ਵਿੱਚ ਸ਼ਿੱਦਤ ਆ ਗਈ। ਫਿਰ ਇੱਕ ਹੋਰ ਗੱਲ ਕਿ ਇਹ ਕੁਝ ਇਲਾਕੇ ਨੇ, ਚੌਕ ਮੰਡਾ, ਕੋਟ ਅੱਦੂ, ਦਾਇਰਾ ਦੀਨ ਪਨਾਹ, ਤੌਂਸਾ ਸ਼ਰੀਫ, ਇਹਦੇ ਨਜ਼ਦੀਕੀ ਜਿਹੜੇ ਦਰਿਆਈ ਪੱਟੀ ਹੈ, ਉੱਥੇ ਬੜੇ ਬੱਦਲ ਗਹਿਰੇ ਨੇ, ਯਾਨੀ ਉੱਥੇ ਬਾਰਿਸ਼ ਹੋਵੇਗੀ ਅਤੇ ਤੇਜ਼ ਬਾਰਿਸ਼ ਦਾ ਉੱਥੇ ਇਮਕਾਨ ਹੈਗਾ ਵੇ। ਮੁਲਤਾਨ, ਮੁਜ਼ੱਫਰਗੜ੍ਹ, ਕਾਦਰਪੁਰ ਅਤੇ ਖਾਨਗੜ੍ਹ ਜਿਹੜੇ ਇਲਾਕੇ ਨੇ, ਉੱਥੇ ਜਨਾਬ
ਬਾਰਿਸ਼ ਤੇ ਹਨੇਰੀ ਜਿਹੜੀ ਉਹਦੇ ਇਮਕਾਨਾਤ ਨੇ ਬਹੁਤ ਤੇਜ਼ ਕਿਸਮ ਦੇ। ਅਤੇ ਇਹਦੇ ਨਾਲ ਨਾਲ ਹੋਰ ਜਿਹੜੇ ਨੇ ਉਹ ਇਹ ਵੇ ਕਿ ਡੀਜੀ ਖਾਨ ਅਤੇ ਟਰਾਈਬਲ ਏਰੀਆ ਜਿਹੜੇ ਹੈਗੇ ਨੇ ਉੱਥੇ ਜ਼ਬਰਦਸਤ ਬਾਰਿਸ਼ ਜਨਾਬ ਹੋ ਚੁੱਕੀ ਹੈ ਅਤੇ ਇਹ ਬਾਰਿਸ਼ ਮਜ਼ੀਦ ਵੀ ਹੋਵੇਗੀ। ਉਹ ਇਲਾਕੇ ਬੜੇ ਖੁਸ਼ਕ ਨੇ। ਆਮ ਤੌਰ 'ਤੇ ਇਹ ਇਲਾਕੇ ਜਿਹੜੇ ਨੇ ਇਹ ਸਿੱਬੀ ਔਰ ਕੋਇਟਾ ਔਰ ਬਲੋਚਿਸਤਾਨ ਦੇ ਜਿਹੜੇ ਉਹ ਇਲਾਕੇ ਨੇ ਜਿੱਥੇ ਬਾਰਿਸ਼ਾਂ ਜ਼ਿਆਦਾ ਨਹੀਂ ਹੁੰਦੀਆਂ, ਇਹ ਉਸ ਰੀਜਨ ਦੇ ਨਾਲ ਇਹਨੂੰ ਐਸੋਸੀਏਟ ਕੀਤਾ ਜਾਂਦਾ ਹੈ। ਅਤੇ ਲੇਕਿਨ ਤਾਜ਼ਾ ਜਿਹੜੀ ਡਿਵੈਲਪਮੈਂਟ ਹੋਈ ਉੱਥੇ ਮੌਸਮ ਦੀ, ਉਹਦੇ ਮੁਤਾਬਕ ਇਹਨਾਂ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਵੱਧ ਰਹੀ। ਅਤੇ ਪਾਕਿਸਤਾਨ ਜਿਹੜਾ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਉਹਨੇ ਵੀ ਸ਼ਦੀਦ ਬਾਰਿਸ਼ਾਂ ਦੀ ਪੇਸ਼ਨਗੋਈ ਕੀਤੀ। ਅੱਛਾ, ਇਹ ਤਾਂ ਹੋ ਗਿਆ ਬਾਰਿਸ਼ਾਂ ਦਾ ਮਾਮਲਾ। ਅਤੇ ਹੁਣ ਅਸੀਂ ਇਹ ਵੀ ਅੰਦਾਜ਼ਾ ਕਰੀਏ ਕਿ ਇਹ ਬਾਰਿਸ਼ਾਂ ਪਾਕਿਸਤਾਨ ਦੇ ਵਿੱਚ ਜਦੋਂ ਹੋਣਗੀਆਂ ਤਾਂ ਕੀ ਅਸੀਂ ਇਹਦਾ ਕੋਈ ਫਾਇਦਾ ਵੀ ਚੁੱਕ ਸਕਦੇ? ਜੇ ਜ਼ਾਹਿਰ ਹੈ ਇੱਕ ਐਸਾ ਮੁਲਕ, ਐਸਾ ਇਲਾਕਾ ਜਿੱਥੇ ਬਾਰਿਸ਼ਾਂ ਘੱਟ ਹੋ ਗਈਆਂ ਦੂਜੇ ਸੀਜ਼ਨ ਦੇ ਵਿੱਚ ਔਰ ਪਾਣੀ ਦੀ ਕਮੀ ਵੀ ਉੱਥੇ ਹੈਗੀ, ਫਿਰ ਬਾਰਿਸ਼ਾਂ ਜਦੋਂ ਬਹੁਤੀਆਂ ਹੋ ਜਾਂਦੀਆਂ ਨੇ ਅਤੇ ਸਾਨੂੰ ਸੈਲਾਬ ਦਾ ਖਤਰਾ ਆ ਜਾਂਦੇ ਆ। ਅਤੇ ਸਾਨੂੰ ਤਾਂ ਆਗਾਹ ਰਹਿਣਾ ਚਾਹੀਦਾ ਕਿ ਜਨਾਬ ਬਾਰਿਸ਼ਾਂ ਕਿਹੜੇ ਮਹੀਨੇ ਦੇ ਵਿੱਚ, ਕਿਹੜੇ ਦਿਨਾਂ 'ਚ ਬਹੁਤੀਆਂ ਹੋ ਗਈਆਂ ਨੇ, ਕਿਹੜੇ ਦਿਨਾਂ 'ਚ ਘੱਟ ਹੋ ਗਈਆਂ ਨੇ। ਜੇ ਹਿਸਾਬ ਕਿਤਾਬ ਸਾਡੇ ਕੋਲ ਨਹੀਂ ਨਾ ਹੋਵੇਗਾ ਅਤੇ ਫਿਰ ਸਾਡੇ ਵਾਸਤੇ ਮਾਲੀ ਔਰ ਜਿਹੜੇ ਇਕਤਸਾਦੀ ਮਸਾਇਲ ਨੇ ਇਹ ਵੱਧ ਜਾਣਗੇ। ਉਹ ਹਰ ਸਾਲ ਸਾਡਾ ਕਿਸਾਨ ਆਲਰੇਡੀ ਨੁਕਸਾਨ 'ਚ ਜਾ ਰਿਹਾ, ਉਹਦੀਆਂ ਫਸਲਾਂ ਡੁੱਬ ਜਾਂਦੀਆਂ, ਉਹਦੇ ਮਵੇਸ਼ੀ ਜਿਹੜੇ ਨੇ ਉਹ ਰੁੜ ਜਾਂਦੇ ਨੇ ਔਰ ਉਹਦੇ ਘਰ ਡਿੱਗ ਜਾਂਦੇ ਨੇ। ਅਤੇ ਫਿਰ ਹਕੂਮਤਾਂ, ਸਿਆਸਤਦਾਨ, ਇਦਾਰੇ ਫਿਰ ਇਹਦੇ ਉੱਤੇ ਸਿਆਸਤ ਕਰਦੇ ਨੇ, ਉਹਨੂੰ ਯਕੀਨ ਦਹਾਨੀਆਂ ਕਰਵਾਉਂਦੇ ਨੇ ਕਿ ਜਨਾਬ ਅਸੀਂ ਤੈਨੂੰ ਘਰ ਬਣਾ ਕੇ ਦੇਵਾਂਗੇ, ਸਾਨੂੰ ਵੋਟ ਦੇ, ਤੇਰੇ ਫਸਲ ਦਾ ਅਸੀਂ ਕਰਜ਼ਾ ਦੇਵਾਂਗੇ ਬੈਂਕਾਂ ਕੋਲ ਲੈ ਕੇ, ਸਾਨੂੰ ਵੋਟ ਦੇ, ਅਤੇ ਤੇਰੇ ਪੁੱਤਰ ਦੀ ਨੌਕਰੀ ਦਾ ਇੰਤਜ਼ਾਮ ਕਰਾਂਗੇ, ਤੇਰੀ ਧੀ ਦਾ ਵਿਆਹ ਦਾ ਇੰਤਜ਼ਾਮ ਕਰਾਂਗੇ, ਸਾਨੂੰ ਵੋਟ ਦੇ। ਅਤੇ ਇਹ ਸਲਾਬ ਜਿਹੜੇ ਸਿਆਸੀ ਲੋਕ ਨੇ ਉਹਨਾਂ ਵਾਸਤੇ ਤਾਂ ਹੋ ਗਿਆ ਇੱਕ ਅਪਰਚੁਨਿਟੀ, ਲੇਕਿਨ ਲੋਕਾਂ ਦੀ ਹੱਡੀ ਟੁੱਟ ਗਈ ਇਹਦੇ ਨਾਲ, ਲੋਕਾਂ ਦਾ ਹਾਲ ਹੋ ਗਿਆ ਭੈੜਾ। ਅਤੇ ਇਸ ਵਾਸਤੇ ਹੁਣ ਲੋਕਾਂ ਨੂੰ ਮੇਰਾ ਖਿਆਲ ਦਿਲਚਸਪੀ ਲੈਣੀ ਚਾਹੀਦੀ ਹੈ। ਪਾਕਿਸਤਾਨ ਜਿੰਨੀ ਸ਼ਦੀਦ ਮੌਸਮੀ ਤਗੱਯਰਾਤ ਦਾ ਸ਼ਿਕਾਰ ਹੈ, ਲੋਕਾਂ ਨੂੰ ਇਹਨਾਂ ਦੇ ਬਿਆਨਾਤ ਔਰ ਹਕੂਮਤੀ ਗੱਲਾਂ ਔਰ ਸਿਆਸਤਦਾਨਾਂ ਦੇ ਮਾਮਲਾ ਦੀਆਂ ਲੜਾਈਆਂ, ਇਹਨਾਂ ਤੋਂ ਹਟ ਕੇ ਮੌਸਮ ਦੇ ਮਾਮਲਾ 'ਚ ਦਿਲਚਸਪੀ ਲੈਣੀ ਚਾਹੀਦੀ, ਤਾਂ ਕਿ ਉਹ ਕਿਸੇ ਦਾ ਇੰਤਜ਼ਾਰ ਨਾ ਕਰਨ। ਅਗਰ ਜੇ ਮਾਮਲਾ ਹੱਥੋਂ ਨਿਕਲਦਾ ਹੋਵੇ, ਉਹਨਾਂ ਵਾਸਤੇ ਕੋਈ ਖਰਾਬੀ, ਕੋਈ ਨੁਕਸਾਨ ਦਾ ਬਾਇਸ ਮੌਸਮ ਬਣ ਰਿਹਾ ਹੋਵੇ, ਅਤੇ ਉਹ ਆਪੇ ਹੀ ਉਹਦਾ ਪ੍ਰਬੰਧ ਕਰ ਲੈਣ। ਅਤੇ ਇਸ ਵਾਸਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਕਿ ਆਮ ਤੌਰ 'ਤੇ ਇਹ ਵਾਲੀਆਂ ਖਬਰਾਂ ਮੌਸਮ ਦੀਆਂ ਨੇ, ਇਹ ਸਰਕਾਰੀ ਜਿਹੜੇ ਰੇਡੀਓ TV ਨੇ ਉੱਥੇ ਹੀ ਦੱਸੀਆਂ ਜਾਂਦੀਆਂ ਨੇ। ਅਤੇ ਮੇਰਾ ਖਿਆਲ ਹੈ ਕਿ ਜਿੱਥੇ ਪਬਲਿਕ ਦਾ ਇੰਟਰਸਟ ਹੋਵੇ ਉੱਥੇ ਬਹੁਤੀ ਗੱਲ ਕਰਨੀ ਚਾਹੀਦੀ, ਵਲੌਗਸ ਦੇ ਵਿੱਚ ਆਉਣੀ ਚਾਹੀਦੀ, ਐਕਸਪਰਟਸ ਨੂੰ ਇਹਨੂੰ ਇਹ ਗੱਲ ਕਰਨੀ ਚਾਹੀਦੀ ਮੁਖਤਲਿਫ ਪਲੇਟਫਾਰਮਸ ਦੇ ਵਿੱਚ, ਔਰ ਲੋਕਾਂ ਨੂੰ ਅਗਾਹੀ ਦੇਣੀ ਚਾਹੀਦੀ ਕਿ ਸਾਡੇ ਅਸਲ ਮਸਾਇਲ ਜਿਹੜੇ ਨੇ ਉਹ ਇਹ ਵੇ। ਅਤੇ ਹੁਣ ਜੇ ਬਾਰਿਸ਼ਾਂ ਬਹੁਤੀਆਂ ਹੋਣ ਅਤੇ ਫਿਰ ਸਾਨੂੰ ਆਮ ਲੋਕਾਂ ਦੇ ਤੌਰ 'ਤੇ ਕੀ ਕਰਨਾ ਚਾਹੀਦਾ? ਜੇ ਤੁਸੀਂ ਕਿਸੇ ਪਿੰਡ 'ਚ ਰਹਿੰਦੇ ਜੀ ਤਾਂ ਰਲ ਮਿਲ ਕੇ ਉੱਥੇ ਕੋਈ ਛੱਪੜ ਜਿਹੜਾ ਆਲਰੇਡੀ ਹੈਗਾ ਵੇ ਉਹਨੂੰ ਠੀਕ ਕਰ ਲਓ, ਉਹਦੀ ਸਫਾਈ ਕਰ ਲਓ, ਉਹਦੇ 'ਚ ਗੁੰਜਾਇਸ਼ ਪੈਦਾ ਕਰ ਲਓ, ਜਿਵੇਂ ਡੈਮ ਬਣਾਈ ਦੇ ਨੇ। ਜੇ ਨਸ਼ੇਬੀ ਕੋਈ ਇਲਾਕਾ ਤੁਹਾਡੇ ਕੋਲ ਆਲਰੇਡੀ ਹੈਗਾ, ਉਹਦੇ ਬੰਨੇ ਬੁੰਨੇ ਬਣਾ ਦਿਓ ਤਾਂ ਕਿ ਰੁੜ ਕੇ ਪਾਣੀ ਉਹਦੇ ਵਿੱਚ ਜਮ੍ਹਾਂ ਹੋ ਜਾਏ ਅਤੇ ਮੁਸ਼ਕਿਲ ਵੇਲੇ ਤੁਹਾਨੂੰ ਕੰਮ ਆ ਜਾਏ। ਔਰ ਫਿਰ ਮੈਂ ਇੱਕ ਖੂਹ ਵੇਖਿਆ, ਇੰਡੀਆ ਦੀ ਇੱਕ ਵੀਡੀਓ ਸੀ, ਅਤੇ ਉਹ ਖੂਹ ਜਿਹੜਾ ਸੀ ਵਿੱਥਾਂ ਨਾਲ ਇੱਟਾਂ ਉਹਦੇ 'ਚ ਲੱਗੀਆਂ ਸੀ। ਆਮ ਤੌਰ 'ਤੇ ਦੀਵਾਰਾਂ ਦੀ ਚੁਣਾਈ ਹੁੰਦੀ, ਇੱਟ ਦੇ ਨਾਲ ਇੱਟ ਲੱਗੀ ਹੁੰਦੀ, ਵਿੱਚ ਵਿੱਥ ਨਹੀਂ ਹੁੰਦੀ, ਲੇਕਿਨ ਉਹਦੇ 'ਚ ਵਿੱਥਾਂ ਜਿਵੇਂ ਜਾਲੀਆਂ ਬਣੀਆਂ ਹੁੰਦੀਆਂ ਇੰਝ ਸੀ। ਅਤੇ ਉਹ ਖੂਹ ਦਾ ਪਰਪਸ ਇਹੋ ਹੀ ਦੱਸਿਆ ਗਿਆ ਸੀ ਕਿ ਇੱਥੇ ਜਦ ਪਾਣੀ ਬਾਰਿਸ਼ ਦਾ ਆਏਗਾ ਅਤੇ ਉਹ ਇਹਦੇ ਵਿੱਚ ਆ ਜਾਏਗਾ ਅਤੇ ਮੁਖਤਲਿਫ ਤਹਿਵਾਂ ਜਿਹੜੀਆਂ ਜ਼ਮੀਨ ਦੀਆਂ ਹੈਗੀਆਂ ਨੇ ਅੰਦਰ, ਉਹ ਉੱਥੇ ਪਾਣੀ ਖਿਲਰ ਜਾਏਗਾ ਅਤੇ ਅੰਦਰ ਜ਼ਮੀਨ ਦੇ ਜਜ਼ਬ ਹੋਣ ਨਾਲ ਉਹਦੇ ਨਾਲ ਉਸ ਇਲਾਕੇ ਦੇ ਵਿੱਚ ਪਾਣੀ ਇਕੱਠਾ ਨਹੀਂ ਹੁੰਦਾ ਔਰ ਕੋਈ ਤਬਾਹੀ ਦਾ ਬਾਇਸ ਨਹੀਂ ਬਣਦਾ। ਬਾਰਿਸ਼ਾਂ ਆ ਗਈਆਂ ਅਤੇ ਸ਼ਦੀਦ ਮੌਸਮ ਵੀ ਹੈ ਅਤੇ ਸਾਨੂੰ ਇਹਦਾ ਇੰਤਜ਼ਾਮ ਕਰ ਲੈਣਾ ਚਾਹੀਦਾ। ਸ਼ਹਿਰਾਂ ਦੀ ਹਾਲਤ ਤਾਂ ਅੱਗੇ ਹੀ ਇਹ ਵੇ ਕਿ ਅਸੀਂ ਹਰ ਜਗ੍ਹਾ ਪੱਕੀ ਕਰ ਦਿੱਤੀ, ਅਤੇ ਪੱਕੀ ਕਰਨ ਦਾ ਹੋਇਆ ਕਿ ਪਾਣੀ ਜ਼ਮੀਨ 'ਚ ਜਜ਼ਬ ਨਹੀਂ ਹੋਣਾ ਹੁੰਦਾ ਅਤੇ ਉਹ ਸੜਕਾਂ 'ਤੇ ਰਹਿ ਜਾਂਦਾ, ਪੱਕੀਆਂ ਗਲੀਆਂ 'ਚ ਰਹਿ ਜਾਂਦਾ ਅਤੇ ਉਸ ਤੋਂ ਬਾਅਦ ਸੈਲਾਬ ਬਣ ਜਾਂਦਾ। ਉਮੀਦ ਹੈ ਕਿ ਇਹ ਵਾਲਾ ਵੀਲੌਗ ਜਿਹੜਾ ਇਹ ਤੁਹਾਡੇ ਕੰਮ ਆਏਗੀ ਇਨਫੋਰਮੇਸ਼ਨ, ਤੋਂ ਤੁਸੀਂ ਇਸ ਇਨਫੋਰਮੇਸ਼ਨ ਦੀ ਬੁਨਿਆਦ 'ਤੇ ਆਪਣੇ ਇਰਦ ਗਿਰਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋਗੇ। ਜੀਂਦੇ ਰਹੋ, ਵਸਦੇ ਰਹੋ।